सो गल यूके दी करन जा रहे हैं। सो ਜਿਹੜੇ स्टूडेंट्स ने सप्टंबर इनटेक ਲਈ ਅਪਲਾਈ ਕੀਤਾ ਹੋਇਆ ਸੀ, ਇੰਟਰਵਿਊਜ਼ ਹੋ ਚੁੱਕੀ ਹੈ, ਇੰਟਰਵਿਊਜ਼ ਦੇ ਰਿਜ਼ਲਟ ਆਣੇ ਸ਼ੁਰੂ ਹੋ ਚੁੱਕੇ ਨੇ। ਜਿਨ੍ਹਾਂ ਦੇ ਇੰਟਰਵਿਊ ਰਿਜੈਕਟ ਹੋ ਗਏ ਕਿਸੇ ਵੀ ਕਾਰਨ, ਉਹ ਹੁਣ ਕੀ ਕਰਨ, ਜਾਂ ਜਿਹੜੇ ਸਟੂਡੈਂਟਸ ਨੇ ਹੁਣ ਹਾਲੇ ਅਪਲਾਈ ਕਰਨਾ ਹੈ ਉਹਨਾਂ ਨੂੰ ਕਿਵੇਂ ਸਹੀ ਢੰਗ ਨਾਲ ਅਪਲਾਈ ਕਰਨਾ ਚਾਹੀਦਾ ਹੈ ਤਾਂ ਕਿ ਬਿਲਕੁਲ ਵੀ ਉਹਨਾਂ ਦਾ ਟਾਈਮ ਵੇਸਟ ਨਾ ਹੋਵੇ। ਸੋ ਇਸ ਨੂੰ ਲੈ ਕੇ ਅੱਜ ਦੀ ਵੀਡੀਓ ਰਹਿਣ ਵਾਲੀ ਹੈ। ਬਹੁਤ ਬਹੁਤ ਸਵਾਗਤ ਹੈ ਜੀ, ਮੈਂ ਹਾਂ ਹਰਜੋਤ ਕੌਰ ਤੇ ਅੱਜ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਫਰੰਟੀਅਰ ਇਮੀਗ੍ਰੇਸ਼ਨਸ ਤੋਂ ਅਬਰੋਡ ਐਜੂਕੇਸ਼ਨ ਐਡਵਾਈਜ਼ਰ ਕੀਰਤੀ ਜੈਨ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਕੀਰਤੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਕੀਰਤੀ, ਆਪਾਂ ਯੂਕੇ ਦੀ ਗੱਲ ਕਰ ਰਹੇ ਹਾਂ। ਪਹਿਲਾਂ ਤਾਂ ਜ਼ਰੂਰ ਇਹ ਦੱਸੋ, ਜਦੋਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸੈਪਟੰਬਰ ਇਨਟੇਕ ਲਈ ਜਿਹੜਾ ਪ੍ਰੋਸੈਸ ਹੁਣ ਸ਼ੁਰੂ ਹੋ ਚੁੱਕਿਆ, ਜਿਨ੍ਹਾਂ ਨੇ ਅਪਲਾਈ ਕੀਤਾ ਸੀ ਸਟੂਡੈਂਟਸ ਨੇ, ਇੰਟਰਵਿਊਜ਼ ਦੇ ਰਿਜ਼ਲਟ ਵੀ ਆਣੇ ਸ਼ੁਰੂ ਹੋ ਚੁੱਕੇ ਨੇ। ਪਹਿਲਾਂ ਤਾਂ ਕਿਸ ਤਰ੍ਹਾਂ ਦੇ ਰਿਜ਼ਲਟ ਆ ਰਹੇ ਨੇ, ਇਨ ਕੇਸ ਜਿਨ੍ਹਾਂ ਦੀ ਰਿਜੈਕਸ਼ਨ ਆ ਗਈ ਹੈ ਉਹ ਹੁਣ ਅੱਗੋਂ ਕੀ ਕਰਨ? ਦੇਖੋ, ਜੇ ਆਪਾਂ ਯੂਕੇ ਦੀ ਗੱਲ ਕਰਦੇ ਹਾਂ, ਯੂਨੀਵਰਸਿਟੀਜ਼ ਦੀ ਗੱਲ ਕਰਦੇ ਹਾਂ, ਤਾਂ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਯੂਕੇ ਦਾ ਪ੍ਰੋਸੈਸ ਬਹੁਤ ਹੀ ਟਰਾਂਸਪੇਰੈਂਟ ਔਰ ਬਹੁਤ ਸਿੰਪਲ ਹੈ। ਤੇ ਜੇ ਕਿਸੇ ਦੇ ਬੱਚੇ ਦੀ ਇੰਟਰਵਿਊ ਦੀ ਰਿਜੈਕਸ਼ਨਸ ਆ ਰਹੀ ਹੈ ਤਾਂ ਇਟ ਮੀਨਸ ਬੱਚਾ ਹੀ ਕਿਤੇ ਨਾ ਕਿਤੇ ਪ੍ਰਿਪੇਅਰ ਨਹੀਂ ਸੀਗਾ, ਜਾਂ ਉਹਦੇ ਕੋਲ ਐਕੂਰੇਟ ਇਨਫੋਰਮੇਸ਼ਨ ਨਹੀਂ ਸੀਗੀ ਆਪਣੇ ਰਿਗਾਰਡਿੰਗ, ਜਿਹਦੇ ਕਰਕੇ ਉਹਦੀ ਇੰਟਰਵਿਊ ਰਿਜੈਕਟ ਹੋ ਗਈ ਹੈ। ਬਟ ਹੁਣ ਬੱਚਾ ਕੀ ਕਰੇ ਜਦੋਂ ਹੁਣ ਉਹਦੀ ਇੰਟਰਵਿਊ ਰਿਜੈਕਟ ਹੋ ਗਈ, ਕਿਉਂਕਿ ਉਹਦਾ ਜਿਹੜਾ ਇਨਟੇਕ ਸੀਗਾ ਸੈਪਟੰਬਰ, ਉਹਦੇ ਲਈ ਕੋਈ ਆਪਸ਼ਨ ਨਹੀਂ ਬਚੀ ਹੈ। ਤੇ ਇੱਥੇ ਵੀ ਕਿਤੇ ਨਾ ਕਿਤੇ ਬੱਚੇ, ਜਾਂ ਮੈਂ ਕਹਾਂਗੀ ਏਜੰਟ ਦੀ ਗਲਤੀ ਹੈ ਜਿਨ੍ਹਾਂ ਨੇ ਬੈਕਅਪ ਪਲਾਨ ਕੋਈ ਲੈ ਕੇ ਨਹੀਂ ਰੱਖਿਆ। ਕਿਉਂਕਿ ਇਸ ਟਾਈਮ ਅਸੀਂ ਵੀ ਅਵੇਅਰ ਹੈ ਕਿ ਯੂਕੇ ਦੀ ਹਰ ਯੂਨੀਵਰਸਿਟੀ ਇੰਟਰਵਿਊ ਲੈ ਹੀ ਰਹੀ ਹੈ ਸੈਪਟੰਬਰ ਇਨਟੇਕ ਲਈ। ਸੋ ਜੇ ਮੈਨੂੰ ਪਤਾ ਹੈ ਕਿ ਇਹ ਸਾਰਾ ਕੁਝ ਬੱਚੇ 'ਤੇ ਡਿਪੈਂਡ ਕਰਦਾ, ਤੇ ਮੈਂ ਆਲਰੇਡੀ ਬੱਚੇ ਲਈ 3 ਤੋਂ 4 ਆਪਸ਼ਨ ਲੈ ਕੇ ਚੱਲਾਂਗੀ। ਕਿਉਂਕਿ ਮੈਨੂੰ ਪਤਾ ਹੈ ਕਿ ਕੁਝ ਬੱਚੇ ਹੋਣਗੇ ਜਿਨ੍ਹਾਂ ਨੂੰ ਇੰਟਰਵਿਊ ਦਾ ਬਿਲਕੁਲ ਵੀ ਕੋਈ ਪ੍ਰੋਬਲਮ ਨਹੀਂ ਹੋਗੀ, ਬਟ ਕੁਝ ਬੱਚੇ ਹੋਣਗੇ ਜਿਨ੍ਹਾਂ ਨੂੰ ਬਹੁਤ ਹੀ ਫੋਬੀਆ ਰਹਿੰਦਾ ਕਿ ਅਸੀਂ ਇੰਟਰਵਿਊ ਕਿਵੇਂ ਕਲੀਅਰ ਕਰੂੰਗੇ, ਕੀ ਬੋਲੂੰਗੇ। ਜੇ ਉਹਨਾਂ ਨੂੰ ਆਨਸਰ ਆਉਂਦੇ ਵੀ ਹੁੰਦੇ ਤਾਂ ਵੀ ਉਹ ਬੋਲ ਨਹੀਂ ਪਾਉਂਦੇ। ਸੋ ਆਫ ਕੋਰਸ ਇਸ ਟਾਈਮ ਦੇ ਵਿੱਚ ਮੈਂ ਹੋਰ ਆਪਸ਼ਨ ਉਹਦੇ ਲਈ ਲੈ ਕੇ ਚੱਲਾਂਗੀ। ਅਤੇ ਪਹਿਲੀ ਗੱਲ ਤਾਂ ਜਿਹੜੇ ਬੱਚੇ ਦੀ ਇੰਟਰਵਿਊ ਰਿਜੈਕਟ ਹੋ ਚੁੱਕੀ ਹੈ ਉਹਨਾਂ ਲਈ ਮੇਰੀ ਸੁਜੈਸ਼ਨ ਆਹੀ ਹੈ ਕਿ ਤੁਸੀਂ ਐਟਲੀਸਟ 2 ਤੋਂ 3 ਯੂਨੀਵਰਸਿਟੀ ਵਿੱਚ ਅਪਲਾਈ ਕਰਕੇ ਚਲੋ। ਅਤੇ ਇਹ ਮਾਈਂਡਸੈਟ ਆਪਣਾ ਕੰਪਲੀਟ ਰੱਖੋ ਕਿ ਯੂਨੀਵਰਸਿਟੀਜ਼ ਸੈਪਟੰਬਰ ਇਨਟੇਕ ਲਈ ਹਰ ਯੂਨੀਵਰਸਿਟੀਜ਼ ਇੰਟਰਵਿਊਜ਼ ਲੈ ਹੀ ਰਹੀਆਂ। ਹਾਰਡਲੀ ਕੋਈ 10 to 15% ਯੂਨੀਵਰਸਿਟੀਜ਼ ਹੈ ਜਿਹੜੀ ਇੰਟਰਵਿਊ ਨਹੀਂ ਲੈ ਰਹੀ, ਬਟ ਆਫਕੋਰਸ ਉਹਨਾਂ ਦੀ ਫਿਰ ਰਿਕੁਆਇਰਮੈਂਟਸ ਵੀ ਵੱਧ ਹੈਗੀਆਂ। ਬਟ ਜੇ ਤੁਸੀਂ ਹੁਣੇ ਅਪਲਾਈ ਕਰੋਗੇ 3 ਤੋਂ 4 ਯੂਨੀਵਰਸਿਟੀ ਵਿੱਚ, ਜਿਨ੍ਹਾਂ ਨੇ 1 ਮਹੀਨਾ 1.5 ਮਹੀਨਾ ਆਫਰ ਲੈਟਰ ਲੈਣ ਨੂੰ ਵੀ ਦੇ ਦੇਣਾ ਹੈ, ਤੇ ਤੁਸੀਂ ਉਹਦੇ ਲਈ ਆਲਰੇਡੀ ਹੁਣੇ ਤੋਂ ਹੀ ਇੰਟਰਵਿਊ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਓ। ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਕਿਹੜੀ ਯੂਨੀਵਰਸਿਟੀ ਅਪਲਾਈ ਕੀਤਾ ਹੈ। ਆਫਕੋਰਸ ਤੁਹਾਨੂੰ ਇਹ ਵੀ ਪਤਾ ਹੋਏਗਾ ਤੁਸੀਂ ਕਿਸ ਕੋਰਸ ਲਈ ਇਨਰੋਲ ਹੋਏ ਹੋਣ, ਅਤੇ ਨਾਲੇ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਸਾਰੀ ਇਨਫੋਰਮੇਸ਼ਨ ਆਲਰੇਡੀ ਹੁੰਦੀ ਹੈ ਕਿ ਤੁਹਾਡੇ ਅੱਗੇ ਸਬਜੈਕਟਸ ਕੀ ਹੋਣ ਵਾਲੇ ਹੈ, ਜਾਂ ਤੁਹਾਡੇ ਕੋਰਸ ਦੀ ਫੀਸ ਕਿੰਨੀ ਹੈ। ਸੋ ਜੇ ਤੁਹਾਡਾ ਆਫਰ ਲੈਟਰ ਵਿੱਚ ਟਾਈਮ ਲੱਗਣ ਵਾਲਾ ਹੈਗਾ 1 ਤੋਂ 1.5 ਮਹੀਨਾ, ਅਤੇ ਉਸ ਟਾਈਮ ਦੇ ਦੌਰਾਨ ਤੁਸੀਂ ਆਪਣੀ ਇੰਟਰਵਿਊ ਦੀ ਪ੍ਰੋਪਰਲੀ ਪ੍ਰੈਪਰੇਸ਼ਨ ਕਰੋ, ਤਾਂ ਕਿ ਕੱਲ੍ਹ ਜਦੋਂ ਹੀ ਆਫਰ ਲੈਟਰ ਆਉਂਦਾ ਹੈ ਅਤੇ ਤੁਸੀਂ ਇੰਟਰਵਿਊ ਲਈ ਰੈਡੀ ਹੋਣ, ਅਤੇ ਤੁਹਾਡਾ ਇੰਟਰਵਿਊ ਦੀ ਸਕੈਜੂਲਿੰਗ ਵਿੱਚ ਜਾਂ ਉਹਦੇ ਪ੍ਰੋਸੈਸ ਦੇ ਵਿੱਚ ਬਿਲਕੁਲ ਵੀ ਟਾਈਮ ਜ਼ਾਇਆ ਨਾ ਹੋਣ। ਇਸ ਤੋਂ ਇਲਾਵਾ ਤੁਸੀਂ ਆਪਣਾ ਅੱਗੇ ਦਾ ਟਾਈਮ ਹੁਣ ਕਿਵੇਂ ਸੇਵ ਕਰ ਸਕਦੇ, ਕਿਉਂਕਿ ਅਸੀਂ ਇਸ ਟਾਈਮ ਤੱਕ ਤਾਂ ਖਰਾਬ ਕਰ ਚੁੱਕੇ ਹਾਂ, ਜਿਹੜੇ ਅਸੀਂ 2-3 ਮਹੀਨੇ ਲਾ ਚੁੱਕੇ ਸੀਗੇ, ਕਿਉਂਕਿ ਅਸੀਂ ਕੋਈ ਬੈਕਅਪ ਪਲਾਨ ਨਹੀਂ ਲਿੱਤਾ। ਬਟ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਕਿ ਅਸੀਂ ਅੱਗੇ ਦਾ ਟਾਈਮ ਵੀ ਖਰਾਬ ਕਰੀਏ। ਅਤੇ ਉਹਦੇ ਵਿੱਚ ਤੁਸੀਂ ਪਹਿਲਾਂ ਤੋਂ ਹੀ ਆਪਣੀ ਜਿਹੜੀ ਕੈਸ਼ ਦੀ ਫੋਰਮੈਲਿਟੀਜ਼ ਉਹ ਕੰਪਲੀਟ ਕਰਕੇ ਰੱਖੋ। ਲਾਈਕ ਤੁਸੀਂ ਅਵੇਅਰ ਹੋਣ ਕਿ ਤੁਹਾਡੀ ਕਿੰਨੀ ਟਿਊਸ਼ਨ ਫੀਸ ਅੱਗੇ ਜਾਣ ਵਾਲੀ, ਉਹ ਤੁਹਾਡੇ ਕੋਲ ਅਰੇਂਜ ਹੋਣ। ਨਾਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਕਿੰਨੇ ਫੰਡਸ ਦੀ ਰਿਕੁਆਇਰਮੈਂਟ ਹੈ, ਉਹ ਵੀ ਤੁਹਾਡੇ ਕੋਲ ਅਰੇਂਜ ਹੋਣੇ ਚਾਹੀਦੇ ਹੈ। ਤੇ ਇੱਕ ਗੱਲ ਮੈਂ ਦੁਬਾਰਾ ਰਿਪੀਟ ਕਰਾਂਗੀ ਕਿ ਯੂਕੇ ਵਿੱਚ ਸਾਨੂੰ ਫੰਡਸ 28 ਡੇਜ਼ ਓਲਡ ਚਾਹੀਦੇ ਹੈ। ਸੋ ਉਹ ਵੀ ਟਾਈਮ ਲੈਂਦਾ ਹੈ, ਅਤੇ ਜਿੰਨੇ ਚਿਰ 'ਚ ਤੁਹਾਡਾ ਆਫਰ ਲੈਟਰ ਆਉਣਾ ਹੈ ਉਨੇ ਚਿਰ 'ਚ ਤੁਹਾਡੇ ਫੰਡ ਜੇ ਓਲਡ ਹੋ ਜਾਂਦੇ ਹੈ। ਸੋ ਆਫਕੋਰਸ ਤੁਹਾਡਾ ਪ੍ਰੋਸੈਸ ਆਲਰੇਡੀ ਤੁਸੀਂ 80% ਕੰਪਲੀਟ ਕਰ ਚੁੱਕੇ ਹੋਣੇ। ਜਦੋਂ ਵੀ ਆਪਣਾ ਆਫਰ ਲੈਟਰ ਆਉਣਾ ਹੈ, ਸਿਰਫ ਤੁਸੀਂ ਡਾਇਰੈਕਟਲੀ ਆਪਣੀ ਕੈਸ਼ ਲਈ ਅਪਲਾਈ ਕਰਨਾ ਹੈ। ਤੁਸੀਂ ਇੰਟਰਵਿਊ ਲਈ ਵੀ ਰੈਡੀ ਹੋ, ਅਤੇ ਤੁਹਾਡਾ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਖਰਾਬ ਨਹੀਂ ਹੋਊਗਾ। ਬਟ ਇਹ ਸਾਰੀ ਚੀਜ਼ਾਂ ਤਾਂ ਹੀ ਪੋਸੀਬਲ ਹੈ ਜੇ ਤੁਸੀਂ ਆਪਣੀ ਫਾਈਲ ਸਹੀ ਹੱਥਾਂ ਦੇ ਵਿੱਚ ਦਿੱਤੀ ਹੈ, ਕਿਉਂਕਿ ਇੱਕ ਨੌਲੇਜ ਰੱਖਣ ਵਾਲਾ ਏਜੰਟ ਕੰਸਲਟੈਂਟ ਹੀ ਤੁਹਾਨੂੰ ਇਹ ਸਾਰੀ ਗਾਈਡੈਂਸ ਪ੍ਰੋਵਾਈਡ ਕਰ ਸਕਦਾ ਹੈ। ਜਿਹਦੇ ਕੋਲ ਖੁਦ ਦੀ ਨੌਲੇਜ ਨਹੀਂ, ਆਫਕੋਰਸ ਤੁਹਾਨੂੰ ਜਿਨ੍ਹਾਂ ਨੇ ਹਜੇ ਤੱਕ ਬੈਕਅਪ ਪਲਾਨ ਹੀ ਨਹੀਂ ਦੱਸੇ, ਤੇ ਆਫਕੋਰਸ ਅੱਗੇ ਦਾ ਆਪਾਂ ਕਿਵੇਂ ਪਲਾਨ ਕਰ ਸਕਦੇ ਹਾਂ। ਸੋ ਮੇਕ ਸ਼ੋਰ ਵਧੀਆ ਹੱਥ ਵਿੱਚ ਆਪਣੀ ਫਾਈਲ ਦਿਓ, ਟਾਈਮਲੀ ਪ੍ਰੋਸੈਸ ਕਰੋ, ਤਾਂ ਕਿ ਤੁਹਾਡਾ ਇਨਟੇਕ ਬਿਲਕੁਲ ਵੀ ਮਿਸ ਨਾ ਹੋ। ਜੀ ਬਿਲਕੁਲ। ਸੋ ਕੀਰਤੀ, ਜਿੱਥੇ ਆਪਾਂ ਗੱਲ ਕਰਦੇ ਹਾਂ ਇੰਟਰਵਿਊ ਲਈ ਤਿਆਰੀ ਦੀ, ਤਾਂ ਇੱਕ ਪਾਸੇ ਗੱਲ ਹੁੰਦੀ ਹੈ ਯੂਕੇ ਹੈ, ਇੰਟਰਵਿਊ ਮੈਂਡੇਟਰੀ ਹੈ, ਦੂਜੇ ਪਾਸੇ ਵਿਦਾਊਟ ਇੰਟਰਵਿਊ ਵਿਦਾਊਟ ਆਇਲਸ ਆਪਸ਼ਨਸ ਦੀ ਵੀ ਗੱਲ ਕੀਤੀ ਜਾਂਦੀ ਹੈ। ਫਿਰ ਇਹ ਕਿਵੇਂ ਮੈਚ ਹੁੰਦੀਆਂ ਚੀਜ਼ਾਂ? ਜੇਕਰ ਉਹ ਆਪਸ਼ਨਸ ਵੀ ਅਵੇਲੇਬਲ ਨੇ ਫਿਰ ਤਾਂ ਬਹੁਤ ਈਜ਼ੀ ਆਪਾਂ ਇਸ ਨੂੰ ਮੰਨ ਸਕਦੇ ਹਾਂ ਕਿ ਕੁਝ ਸਟੂਡੈਂਟ ਇੰਟਰਵਿਊ ਦੇਣ, ਜਾਂ ਕੁਝ ਬਿਨਾਂ ਇੰਟਰਵਿਊ ਦੇ ਵੀ ਅਗਰ ਜਾ ਸਕਦੇ ਨੇ। ਇਸ ਨੂੰ ਤੁਸੀਂ
ਕੀ ਕਲੈਰਿਟੀ ਦੇਣਾ ਚਾਹੋਗੇ ਇਸ ਤੇ? ਬਿਲਕੁਲ ਯੂਕੇ ਵਿੱਚ ਬੇਸਿਕਲੀ ਮੈਂ ਬਹੁਤ ਵਾਰੀ ਇਹ ਚੀਜ਼ ਕਹਿੰਦੀ ਕਿ ਯੂਕੇ ਇੱਕ ਇਕਲੌਤੀ ਕੰਟਰੀ ਜਿਹੜੀ ਵਿਦਆਊਟ ਆਇਲਸ ਵੀ ਸਟੂਡੈਂਟ ਨੂੰ ਇਨਰੋਲ ਕਰਦੀ ਹੈ, ਵਿਦ ਆਇਲਸ ਵੀ ਕਰਦੀ ਹੈ, ਵਿਦ ਪੀਟੀ ਵੀ ਕਰਦੀ ਹੈ। ਬਟ ਕਿਤੇ ਨਾ ਕਿਤੇ ਕੁਝ ਪਰਟੀਕੂਲਰ ਯੂਨੀਵਰਸਿਟੀਜ਼ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਆਇਲਸ ਪੀਟੀ ਦੀ ਉਹਨਾਂ ਦੀ ਕੰਡੀਸ਼ਨ ਹੁੰਦੀ ਹੈ ਕਿ ਪਰਟੀਕੂਲਰ ਸਾਨੂੰ ਇੰਨੇ ਹੀ ਬੈਂਡਸ ਰਿਕੁਆਇਰਡ ਹੁੰਦੇ ਹੈ, ਤੇ ਜੇ ਬੱਚਾ ਉਹ ਕੰਡੀਸ਼ਨ ਫੁੱਲਫਿਲ ਕਰ ਦਿੰਦਾ ਹੈ ਤੇ ਮੋਸਟਲੀ ਚਾਂਸਿਸ ਹੁੰਦੇ ਆ ਉਹਨਾਂ ਦੀ ਇੰਟਰਵਿਊ ਨਹੀਂ ਆਉਂਦੀ, ਕਿਉਂਕਿ ਉਹ ਆਲਰੇਡੀ ਉਹਨਾਂ ਦਾ ਇੰਗਲਿਸ਼ ਐਬਿਲਿਟੀ ਟੈਸਟ ਜਿਹੜਾ ਹੁੰਦਾ ਉਹਨਾਂ ਦੇ ਕੋਲ ਹੁੰਦਾ ਹੈ। ਬਟ ਜਿਨ੍ਹਾਂ ਬੱਚਿਆਂ ਨੇ ਆਇਲਸ ਨਹੀਂ ਕੀਤੀ ਹੁੰਦੀ ਤੇ ਉਹਨਾਂ ਦੀ ਯੂਨੀਵਰਸਿਟੀ ਦੀ ਖੁਦ ਦੀ ਕੁਝ ਕੰਡੀਸ਼ਨਸ ਹੁੰਦੀਆਂ, ਲਾਈਕ ਉਹ ਆਪਣਾ ਖੁਦ ਦਾ ਇੱਕ ਇੰਗਲਿਸ਼ ਟੈਸਟ ਲੈ ਲੈਂਦੇ ਆ ਜਾਂ ਫਿਰ ਇੰਟਰਵਿਊ ਲੈ ਲੈਂਦੇ ਜਿਹਦੇ ਤੋਂ ਜੱਜ ਕਰ ਪਾਉਂਦੇ ਕਿ ਕੀ ਬੱਚਾ ਸਪੀਕ ਕਰ ਸਕਦਾ ਹੈ, ਕਿਸੇ ਦੀ ਗੱਲ ਸਮਝ ਸਕਦਾ ਇੰਗਲਿਸ਼ ਵਿੱਚ, ਐਟਲੀਸਟ ਇੰਨਾ ਕੈਪੇਬਲ ਹੈਗਾ ਤਾਂ ਆਪਣੀ ਇੰਟਰਵਿਊ ਹੁੰਦੀ ਹੈ। ਬਟ ਇਸ ਟਾਈਮ ਤੇ ਕਿਉਂਕਿ ਜੇ ਆਪਾਂ ਸੈਪਟੈਂਬਰ ਇਨਟੇਕ ਦੀ ਗੱਲ ਕਰਦੇ ਹਾਂ ਤੇ ਬੱਚਾ ਮੰਨ ਲਓ ਉਹਨੇ ਮਾਰਚ ਅਪ੍ਰੈਲ ਦੇ ਵਿੱਚ ਸੈਪਟੈਂਬਰ ਲਈ ਅਪਲਾਈ ਕੀਤਾ, ਉਹਦਾ ਆਫਰ ਲੈਟਰ ਆ ਗਿਆ ਤੇ ਸਾਡੇ ਕੋਲ 3 ਤੋਂ 4 ਮਹੀਨੇ ਸੈਪਟੈਂਬਰ ਲਈ ਪਏ ਹੈ, ਤੇ ਇਸ ਟਾਈਮ ਤੇ ਯੂਕੇ ਵਿੱਚ ਰਸ਼ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਬਾਕੀ ਕੰਟਰੀਜ਼ ਦੇ ਜਿਹੜੇ ਰਿਜ਼ਲਟਸ ਹੈ ਉਹ ਵਧੀਆ ਨਹੀਂ ਆ ਰਹੇ, ਤੇ ਰਸ਼ ਕਰਕੇ ਕਹਿ ਲਓ ਤੁਸੀਂ। ਦੂਜੀ ਗੱਲ, ਯੂਨੀਵਰਸਿਟੀ ਵਿੱਚ ਨੰਬਰ ਆਫ ਐਪਲੀਕੇਸ਼ਨ ਵੱਧ ਹੋਣ ਕਰਕੇ ਹੁਣ ਜਿਹੜਾ ਯੂਨੀਵਰਸਿਟੀ ਹੈ ਉਹ ਇੰਟਰਵਿਊਜ਼ ਕਰਕੇ ਬੱਚੇ ਨੂੰ ਫਿਲਟਰ ਕਰ ਰਹੇ ਕਿ ਐਕਚੁਅਲ 'ਚ ਸਾਡੇ ਕਾਲਜ ਵਿੱਚ ਐਕਸੈਪਟੈਂਸ ਲਈ ਕੌਣ ਬੱਚਾ ਐਲੀਜੀਬਲ ਹੈ। ਕਿਉਂਕਿ ਆਫ ਕੋਰਸ ਇੰਟਰਵਿਊ ਦਾ ਮਤਲਬ ਸਿਰਫ ਕਮਿਊਨੀਕੇਸ਼ਨ ਚੈੱਕ ਕਰਨਾ ਨਹੀਂ ਹੈ, ਸਾਡੇ ਕੋਲ ਬਹੁਤ ਐਵਰੇਜ ਸਟੂਡੈਂਟਸ ਵੀ ਹੈਗੇ ਜਿਨ੍ਹਾਂ ਦੀ ਕਮਿਊਨੀਕੇਸ਼ਨ ਵਧੀਆ ਨਹੀਂ ਹੈ, ਉਹ ਸਿਰਫ ਆਪਣੀ ਗੱਲ ਕਹਿ ਸਕਦੇ ਆ ਨਾਰਮਲੀ ਤੇ ਦੂਜੇ ਦੀ ਸਮਝ ਸਕਦੇ ਆ, ਇੰਨੀ ਫਲੂਐਂਟ ਨਹੀਂ ਹੈਗੇ ਹੈ। ਬਟ ਉਹਨਾਂ ਦਾ ਪੋਜ਼ਿਟਿਵ ਪੁਆਇੰਟ ਕੀ ਹੈਗਾ ਕਿ ਉਹਨਾਂ ਨੂੰ ਆਪਣੇ ਬਾਰੇ A to Z ਸਾਰੀ ਇਨਫੋਰਮੇਸ਼ਨ ਪਤਾ ਹੈ ਕਿ ਮੈਂ ਕਿਹੜੀ ਯੂਨੀਵਰਸਿਟੀ ਚੱਲਿਆ, ਮੇਰੀ ਲੋਕੇਸ਼ਨ ਕੀ ਹੈਗੀ ਹੈ, ਮੈਂ ਕੋਰਸ ਕੀ ਲਿੱਤਾ ਹੈ, ਸਬਜੈਕਟ ਕੀ ਹੈਗੇ ਹੈ, ਤੇ ਮੈਂ ਕੱਲ ਉੱਥੇ ਰਹਿਣ ਦੀ ਅਰੇਂਜਮੈਂਟ ਕਿੱਦਾਂ ਕਰਨੀ ਹੈ, ਮੇਰਾ ਖਰਚਾ ਕਿੰਨਾ ਕੁ ਹੋ ਜਾਊਗਾ, ਮੰਥਲੀ ਖਰਚਾ ਕਿੰਨਾ ਹੋ ਜਾਊਗਾ, ਸਾਲ ਦਾ ਕਿੰਨਾ ਹੋ ਜਾਊਗਾ, ਫੀਸਾਂ ਮੈਂ ਆਪਣੀ ਕਿੱਦਾਂ ਮੈਨੇਜ ਕਰਨੀ। ਤੇ ਜਿਸ ਬੱਚੇ ਨੂੰ ਆਪਣੇ ਬਾਰੇ ਟੋਟਲੀ ਅਵੇਅਰਨੈਸ ਹੈਗੀ ਹੈ, ਇਟ ਮੀਨਸ ਯੂਨੀਵਰਸਿਟੀ ਲਈ ਉਹ ਬੱਚਾ ਜੈਨੂਇਨ ਹੈਗਾ ਤੇ ਉਹ ਕਿਤੇ ਨਾ ਕਿਤੇ ਕੈਪੇਬਲ ਹੈ ਉੱਥੇ ਐਡਮਿਸ਼ਨ ਲੈਣ ਲਈ। ਤੇ ਮੇਰੇ ਕਹਿਣ ਦਾ ਪਰਪਸ ਇਹ ਹੈਗਾ, ਇੰਟਰਵਿਊ ਦਾ ਮਤਲਬ ਡਰਨ ਤੋਂ ਕੁਝ ਨਹੀਂ ਹੁੰਦਾ। ਜੇ ਤੁਹਾਡੇ ਕੋਲ ਪ੍ਰੋਪਰ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਹੈ ਆਪਣੇ ਬਾਰੇ ਤੇ ਤੁਸੀਂ ਬਹੁਤ ਆਰਾਮ ਨਾਲ ਇੰਟਰਵਿਊ ਕਰੈਕ ਕਰ ਸਕਦੇ ਹੋ। ਜੀ ਬਿਲਕੁਲ, ਸੋ ਬਹੁਤ ਆਰਾਮ ਨਾਲ, ਆਸਾਨੀ ਨਾਲ ਤੁਹਾਡਾ ਪ੍ਰੋਸੈਸ ਕੰਪਲੀਟ ਹੋਵੇ, ਇਸ ਲਈ ਅਸੀਂ ਇਹ ਵੀਡੀਓਜ਼ ਲੈ ਕੇ ਆਉਂਦੇ ਹਾਂ, ਵੱਧ ਤੋਂ ਵੱਧ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਉਮੀਦ ਕਰਦੇ ਹਾਂ ਤੁਸੀਂ ਇਸ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਓਗੇ। ਬਹੁਤ ਬਹੁਤ ਥੈਂਕਸ ਕੀਰਤੀ, ਅੱਜ ਤੁਸੀਂ ਯੂਕੇ ਨੂੰ ਲੈ ਕੇ ਕਾਫੀ ਚੀਜ਼ਾਂ ਕਲੀਅਰ ਕੀਤੀਆਂ ਨੇ। ਤੇ ਸਟੂਡੈਂਟਸ ਨੂੰ ਕਹਿਣਾ ਚਾਹਾਂਗੇ ਕੋਈ ਸਵਾਲ ਹੈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ, ਕਮੈਂਟ ਸੈਕਸ਼ਨ ਵਿੱਚ ਵੀ ਆਪਣਾ ਸਵਾਲ ਡ੍ਰੌਪ ਕਰ ਸਕਦੇ ਹੋ ਤੁਸੀਂ। ਅੱਗੋਂ ਵੀ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਅਸੀਂ ਆਉਂਦੇ ਰਵਾਂਗੇ। ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਥੈਂਕ ਯੂ।